Good morning, class. I hope that you all are well at your home. This is your social science class, and let's begin with the 16th chapter, Our Rights and Duties. This is the first part of the video. Our rights and duties. British ruled our country for almost 200 years. After a prolonged struggle for freedom, India finally got independence on 15th August 1947. The constitutions of Free India was prepared and India became a sovereign, socialist and secular democratic republic on 26 January 1950. ਬ੍ਰਿਟਿਸ਼ ਨੇ ਸਾਡੇ 'ਤੇ ਰਾਜ ਕੀਤਾ 200 ਸਾਲ ਅਤੇ ਇਸ ਲੰਬੇ ਸਮੇਂ ਦੇ ਸਟਰਗਲ ਤੋਂ ਬਾਅਦ ਇੰਡੀਆ ਨੂੰ 15 ਅਗਸਤ 1947 ਦੇ ਵਿੱਚ ਆਜ਼ਾਦੀ ਮਿਲੀ। ਦ ਕੌਂਸਟੀਟਿਊਸ਼ਨਸ ਆਫ ਇੰਡੀਆ ਸੰਵਿਧਾਨ ਇੰਡੀਆ ਦਾ ਬਿਲਡ ਕੀਤਾ ਗਿਆ 26 ਜਨਵਰੀ 1950 ਦੇ ਵਿੱਚ। ਦ ਸੈਟ ਆਫ ਰੂਲਸ ਐਂਡ ਲਾਜ਼ ਆਰ ਗਿਵਨ ਇਨ ਰਿਟਨ ਡਾਕੂਮੈਂਟ ਕਾਲਡ ਦ ਕੌਂਸਟੀਟਿਊਸ਼ਨ। The Constituent Assembly was formed to frame the Constitution of India. Dr. Rajendra Prasad was the President of Assembly. ਕੁਛ ਰੂਲਸ ਬਣਾਏ ਗਏ ਆਪਣੇ ਸੰਵਿਧਾਨ ਦੇ, ਉਹ ਜਿਹੜੇ ਡਾਕੂਮੈਂਟਸ ਦੇ ਵਿੱਚ ਬਣਾਏ ਗਏ ਨੇ ਰੂਲਸ ਐਂਡ ਲਾਜ਼, ਉਹਨੂੰ ਅਸੀਂ ਕਹਿ ਦਿੰਦੇ ਹਾਂ ਦ ਕੌਂਸਟੀਟਿਊਸ਼ਨ। ਕੌਂਸਟੀਟਿਊਂਟ ਅਸੈਂਬਲੀ ਦੇ ਵਿੱਚ ਇਹ ਸਾਰਾ ਫਰੇਮ ਹੋਇਆ ਸਾਡਾ ਇੰਡੀਆ ਦਾ ਸੰਵਿਧਾਨ, ਜਿਹੜਾ ਕਿ ਡਾਕਟਰ ਰਾਜਿੰਦਰ ਪ੍ਰਸਾਦ ਪ੍ਰੈਜ਼ੀਡੈਂਟ ਸੀਗੇ ਉਸ ਟਾਈਮ ਦੇ ਅਸੈਂਬਲੀ ਦੇ। A drafting committee under the chairmanship of Dr. B.R. Ambedkar prepared the rules and laws. Dr. B.R. Ambedkar chairmanship ਕਮੇਟੀ ਦੇ ਮੈਂਬਰ ਸੀਗੇ, ਉਹਨਾਂ ਨੇ ਇਹ ਰੂਲਸ ਅਤੇ ਲਾਜ਼ ਨੂੰ ਪ੍ਰਪੇਅਰ ਕੀਤਾ, ਬਣਾਇਆ। ਥੀਸ ਰੂਲਸ ਐਂਡ ਲਾਜ਼ ਆਰ ਦ ਕੌਂਸਟੀਟਿਊਸ਼ਨ ਆਫ ਇੰਡੀਆ। ਇਹ ਸਾਡਾ ਰੂਲਸ ਅਤੇ ਲਾਜ਼ ਜਿਹੜੇ ਨੇ ਇਹ ਸੰਵਿਧਾਨ, ਸਾਡੇ ਇੰਡੀਆ ਦਾ ਸੰਵਿਧਾਨ ਹੈ। Our constitution was adopted on 26 January 1950 and India was declared a republic. ਅਸੀਂ ਅਪਣਾਇਆ, ਇੰਡੀਆ ਨੇ 26 ਜਨਵਰੀ 1950 ਦੇ ਵਿੱਚ ਆਪਣਾ ਸੰਵਿਧਾਨ ਅਤੇ ਇੰਡੀਆ ਨੂੰ ਇਹਦੇ ਨਾਲ ਡਿਕਲੇਅਰ ਕਰ ਦਿੱਤਾ ਗਿਆ ਐਜ਼ ਅ ਰਿਪਬਲਿਕ ਕੰਟਰੀ। ਦ ਕੌਂਸਟੀਟਿਊਸ਼ਨ ਆਫ ਇੰਡੀਆ ਇਜ਼ ਦ ਲੌਂਗੈਸਟ ਰਿਟਨ ਕੌਂਸਟੀਟਿਊਸ਼ਨ ਇਨ ਦ ਵਰਲਡ। ਅਤੇ ਸਭ ਤੋਂ ਵੱਡਾ ਸੰਵਿਧਾਨ ਪੂਰੇ ਵਰਲਡ ਦੇ ਵਿੱਚ ਇੰਡੀਆ ਦਾ ਹੀ ਲਿਖਿਆ ਗਿਆ ਹੈ। The Constitution of India said that the India is a sovereign, socialist, secular, democratic and republic. The meaning of these words are, ਇਹ ਕੌਂਸਟੀਟਿਊਸ਼ਨ ਦੇ ਵਿੱਚ ਵਰਡਸ ਜਿਹੜੇ ਲਿਖੇ ਗਏ ਨੇ ਕਿ ਇੰਡੀਆ ਇੱਕ ਸੋਵਰਨ ਕੰਟਰੀ ਆ, ਸੋਸ਼ਲਿਸਟ ਆ, ਸੈਕੂਲਰ ਆ, ਡੈਮੋਕ੍ਰੈਟਿਕ ਐਂਡ ਰਿਪਬਲਿਕ ਆ। ਐਂਡ ਦ ਮੀਨਿੰਗ ਆਫ ਥੀਸ ਵਰਡਸ ਆਰ, sovereign means that we are free to run our country in any way we like, ਕਿ ਸਾਨੂੰ ਹੱਕ ਹੈ, ਪ੍ਰਭੂ ਸੱਤਾ ਸਾਨੂੰ ਹੱਕ ਹੈ, ਅਸੀਂ ਆਪਣੀ ਕੰਟਰੀ ਨੂੰ ਕਿਸੇ ਵੀ ਤਰੀਕੇ ਦੇ ਨਾਲ ਚਲਾ ਸਕਦੇ ਹਾਂ ਉਸਦੇ ਡਿਵੈਲਪਮੈਂਟ ਦੇ ਲਈ। Socialist means that all of us will be treated as equal. Socialist means ਅਸੀਂ ਸਾਰਿਆਂ ਨੂੰ ਹੱਕ ਹੈ ਕਿ ਸਾਨੂੰ ਸਾਰਿਆਂ ਨੂੰ ਇਕੁਅਲ ਟਰੀਟ ਕੀਤਾ ਜਾਵੇ, ਸਾਨੂੰ ਸਾਰਿਆਂ ਨੂੰ ਇੱਕ ਨਜ਼ਰ ਦੇ ਨਾਲ ਦੇਖਿਆ ਜਾਵੇ। ਸੈਕੂਲਰ ਮੀਨਸ ਦੈਟ ਆਲ ਰਿਲੀਜਨਸ ਆਰ ਇਕੁਅਲੀ ਰਿਸਪੈਕਟਡ। ਸੈਕੂਲਰ ਕੰਟਰੀ ਮੀਨਸ ਸਾਰੇ ਹੀ ਧਰਮਾਂ ਨੂੰ ਇੱਥੇ ਇਕੁਅਲ ਰਿਸਪੈਕਟ ਦਿੱਤੀ ਗਈ ਹੈ। ਡੈਮੋਕ੍ਰੈਟਿਕ ਮੀਨਸ ਦੈਟ ਗਵਰਨਮੈਂਟ ਇਜ਼ ਸਿਲੈਕਟਡ ਬਾਈ ਦ ਪੀਪਲ ਆਫ ਦ ਕੰਟਰੀ, ਕਿ ਜਿਹੜਾ ਵੀ ਗਵਰਨਮੈਂਟ ਬਣੇਗੀ, ਚੁਣਿਆ ਜਾਏਗਾ, ਉਹ ਲੋਕਾਂ ਦੁਆਰਾ ਚੁਣਿਆ ਜਾਏਗਾ। Republic means that the country is run by people, not by a king. Republic means ਕੋਈ ਰਾਜਾ ਨਹੀਂ ਰਾਜ ਕਰੇਗਾ, ਇੱਥੇ ਲੋਕ ਹੀ ਆਪਣੀ ਸਰਕਾਰ ਬਣਾ ਕੇ ਆਪਣੇ ਦੇਸ਼ ਨੂੰ ਚਲਾਉਣਗੇ। The Constitution of our country has given all the citizens some fundamental rights and fundamental duties. ਇਸ ਕੌਂਸਟੀਟਿਊਸ਼ਨ, ਇਸ ਸੰਵਿਧਾਨ ਨੇ ਲੋਕਾਂ ਨੂੰ ਕੁਛ ਫੰਡਾਮੈਂਟਲ ਰਾਈਟਸ ਦੇ ਦਿੱਤੇ ਨੇ, ਹੱਕ ਦੇ ਦਿੱਤੇ ਨੇ, ਕੁਛ ਫੰਡਾਮੈਂਟਲ ਡਿਊਟੀਜ਼ ਦੇ ਦਿੱਤੀਆਂ ਨੇ, ਕਰਤੱਵ ਦੇ ਦਿੱਤੇ ਗਏ ਨੇ। ਐਂਡ ਇਟ ਹੈਜ਼ ਆਲਸੋ ਗਿਵਨ ਸਮ ਗਾਈਡਲਾਈਨਸ ਫॉर ਦ ਗਵਰਨਮੈਂਟ ਵਿਚ ਆਰ ਕਾਲਡ ਦ ਡਾਇਰੈਕਟਿਵ ਪ੍ਰਿੰਸੀਪਲਸ। ਅਤੇ ਇਸ ਕੌਂਸਟੀਟਿਊਸ਼ਨ ਨੇ ਕੁਛ ਗਾਈਡਲਾਈਨਸ ਦਿੱਤੇ ਨੇ, ਕੁਛ ਗਾਈਡ ਕੀਤੇ ਗਏ ਨੇ ਗੌਰਮੈਂਟ ਨੂੰ ਕਿ ਉਹ ਕਿਹੜੇ ਪ੍ਰਿੰਸੀਪਲਸ ਦੇ ਨਾਲ ਆਪਣੇ ਦੇਸ਼ ਨੂੰ ਚਲਾਉਣਗੇ। ਐਂਡ ਦੈਟ ਪ੍ਰਿੰਸੀਪਲਸ ਇਜ਼ ਕਾਲਡ ਐਜ਼ ਡਾਇਰੈਕਟਿਵ ਪ੍ਰਿੰਸੀਪਲਸ। ਐਂਡ ਥੀਜ਼ ਆਰ ਰਾਈਟ ਟੂ ਇਕੁਐਲਿਟੀ, ਸਾਰਿਆਂ ਨੂੰ ਇੱਕੋ ਜਿਹੀ ਮੀਨਿੰਗ ਦੇਣ ਦੇ ਲਈ ਹੱਕ ਹੈ।
ਸਾਰੇ ਹੀ ਇਕੁਅਲ ਨੇ। ਰਾਈਟ ਟੂ ਫਰੀडम ਸਾਰਿਆਂ ਨੂੰ ਬੋਲਣ ਦਾ ਜਾਂ ਆਪਣੇ ਵਿਚਾਰ ਰੱਖਣ ਦਾ ਜਾਂ ਹਰ ਤਰੀਕੇ ਦੇ ਨਾਲ ਸਾਰਿਆਂ ਨੂੰ ਆਜ਼ਾਦੀ ਹੈ। ਫਰੀडम ਆਫ ਸਪੀਚ ਐਂਡ ਐਕਸਪ੍ਰੈਸ਼ਨ ਬੋਲਣ ਦੀ ਆਜ਼ਾਦੀ। ਫਰੀडम ਆਫ ਪੀਸਫੁਲ ਅਸੈਂਬਲੀ ਕਿਤੇ ਇਕੱਠੇ ਹੋ ਕੇ ਆਪਣੇ ਗੱਲ ਰੱਖਣ ਦੀ ਆਜ਼ਾਦੀ। ਫਰੀडम्स ਆਫ ਮੂਵਮੈਂਟ ਕੋਈ ਮੂਵਮੈਂਟ ਚਲਾਉਣ ਦੀ ਆਜ਼ਾਦੀ। ਕੋਈ ਆਪਣਾ ਨਵੇਂ ਤਰੀਕੇ ਦੇ ਨਾਲ ਸੰਘਰਸ਼ ਕਰਨਾ ਚਾਹੁੰਦਾ ਹੈ, ਦੈਟ ਇਜ਼ ਦ ਫਰੀडम ਆਫ ਮੂਵਮੈਂਟ। ਫਰੀडम ਆਫ ਸੈਟਲਮੈਂਟ ਕਿਤੇ ਵੀ ਜਾ ਕੇ ਆਪਣਾ ਜਿਹੜਾ ਆ ਕਿਸੇ ਵੀ ਤਰੀਕੇ ਦੇ ਨਾਲ ਸੈਟਲ ਹੋ ਸਕਦਾ ਹੈ। ਫਰੀडम ਆਫ ਪ੍ਰੋਫੈਸ਼ਨਸ ਐਂਡ ਆਕੂਪੇਸ਼ਨ ਕੋਈ ਵੀ ਪ੍ਰੋਫੈਸ਼ਨ ਦੇ ਵਿੱਚ ਜਾ ਸਕਦਾ ਹੈ। ਰਾਈਟ ਟੂ ਫੋਲੋ ਐਨੀ ਰਿਲੀਜਨ ਕਿ ਕੋਈ ਵੀ ਰਿਲੀਜਨ ਕੋਈ ਕਿਸੇ ਵੀ ਧਰਮ ਦੇ ਵਿੱਚ ਜਾਣ ਦਾ ਸਾਰਿਆਂ ਨੂੰ ਹੱਕ ਹੈ। ਰਾਈਟ ਅਗੇਂਸਟ ਐਕਸਪਲੋਇਟੇਸ਼ਨ ਕੋਈ ਬੇਰਹਿਮੀ ਕਰਦਾ ਉਹਦੇ ਅਗੇਂਸਟ ਬੋਲਣ ਦਾ ਹੱਕ ਹੈ। ਰਾਈਟ ਟੂ ਐਜੂਕੇਸ਼ਨ ਸਾਰਿਆਂ ਨੂੰ ਪੜ੍ਹਨ ਲਿਖੇ ਹੋਣ ਦਾ ਹੱਕ ਹੈ। ਰਾਈਟ ਟੂ ਮੂਵ ਦ ਕੋਰਟ ਸਾਰਿਆਂ ਨੂੰ ਇੱਕ ਕੋਰਟ ਦੇ ਵਿੱਚ ਜਾ ਕੇ ਆਪਣੀ ਗੱਲ ਰੱਖਣ ਦਾ ਹੱਕ ਹੈ। ਸੋ ਦੀਜ਼ ਆਰ ਵਾਟਸ ਦ ਰਾਈਟਸ ਐਂਡ ਦ ਡਿਊਟੀਜ਼, ਦੀਜ਼ ਆਰ ਵਾਟ ਦ ਰਾਈਟਸ। ਇਸ ਪਾਰਟ ਦੇ ਵਿੱਚ ਅਸੀਂ ਲਰਨ ਕੀਤਾ ਆ ਦੈਟ ਹਾਊ ਦ ਇੰਡੀਆ ਕੌਨਸਟੀਟਿਊਸ਼ਨ ਇਜ਼ ਬਿਲਡ। ਇੰਡੀਆ ਦੇ ਕੌਨਸਟੀਟਿਊਸ਼ਨ ਦੇ ਵਿੱਚ ਕੀ ਲਿਖਿਆ ਗਿਆ ਹੈ ਕਿ ਇੰਡੀਆ ਇੱਕ ਸੋਵੇਰੀਅਨ, ਸੋਸ਼ਲਿਸਟ, ਸੈਕੂਲਰ, ਡੈਮੋਕ੍ਰੇਟਿਕ ਐਂਡ ਰਿਪਬਲਿਕ ਕੰਟਰੀ ਹੈ ਅਤੇ ਸਾਡੇ ਕੀ ਰਾਈਟਸ ਨੇ, ਸਾਡੀਆਂ ਕੀ ਫਰੀडम्स ਨੇ। In next part we will discuss the next part of the chapter, and your homework is to read these very 2 pages as your homework and come with your queries. Thank you class. Thank you.